ये हैं बदलो की नशरियात। गड्डियां दा धूमाया उत्ते सोना रब वसदा थले वसने तू माया उत्ते सोना रब वसदा थले वसने तू माया। कोई लाल गुलाब होवे इश्क रुला देंदा भावें किड्डा भी नवाब होवे इश्क रुला देंदा भावें किड्डा भी नवाब होवे। ਮਿੱਤਰੋ ਬਦਲੋ ਚੈਨਲ ਤੋਂ ਪੰਜਾਬੀ ਸੰਗਤ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਅਫਜ਼ਲ ਸਾਹਿਰ। ਕੋਈ ਪੁਰਜ਼ੇ ਮਸ਼ੀਨਾਂ ਦੇ ਅਰਸ਼ ਹਿਲਾ ਦਿੰਦੇ ਠੰਡੇ ਸਾਹ ਮਸਕੀਨਾਂ ਦੇ। ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਸ਼ੇਰੀ ਸਿਨਫਾਂ ਨੇ ਤੇ ਅੱਜ ਅਸੀਂ ਜਿਸ ਸਿਨਫ ਤੇ ਜਿਸ ਰੰਗ ਤੇ ਗੱਲ ਕਰਨ ਲੱਗੇ ਹਾਂ ਉਹ ਹੈ ਮਾਹੀਆ। ਤੇ ਗੱਲ ਕਰਨ ਤੋਂ ਪਹਿਲੇ ਜ਼ਰਾ ਇੱਕ ਮਾਹੀਆ ਤੇ ਸੁਣੋ। ਕੋਠੇ ਉੱਤੇ ਕਾਨ ਆਏ ਮਿਲਣਾ ਤਾਂ ਰੱਬ ਨੂੰ ਏ ਉਹ ਤੇਰਾ ਪਿਆਰ ਬਹਾਨਾ ਏ ਮਿਲਣਾ ਤਾਂ ਉਹ ਮਿਲਣਾ ਤਾਂ ਰੱਬ ਨੂੰ ਏ ਤੇਰਾ ਪਿਆਰ ਬਹਾਨਾ ਏ। ਕਿਆ ਬਾਤ। ਲੇਕਿਨ ਹੈ ਕਿ ਚਲੋ ਬਹਾਨਾ ਅੱਜ ਬਣਿਆ ਜੀ ਮਾਹੀਏ ਉੱਤੇ ਗੱਲਬਾਤ ਦਾ। ਤੇ ਗੱਲਬਾਤ ਲਈ ਅਸਾਂ ਦਾਵਤ ਦਿੱਤੀ ਹੈ ਆਪਣੇ ਸਟੂਡੀਓ 'ਚ ਪੰਜਾਬੀ ਦੇ ਬਹੁਤ ਸੁੱਚੇ ਖੋਜਕਾਰ ਪਾਰਖ ਤੇ GC ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦੇ ਉਸਤਾਦ ਜਨਾਬ ਜ਼ਹੀਰ ਵੱਟੂ ਸਾਹਿਬ ਨੂੰ ਤੇ ਗਾਇਕੀ ਵਾਸਤੇ ਜਨਾਬ ਸਾਡੇ ਨਾਲ ਨੇ ਜਿਹੜੇ ਮਤਲਬ ਫੋਕ ਔਰ ਸੂਫੀ ਸਿੰਗਰ ਨੇ ਅਲੀ ਬਖਸ਼ ਜਿਨ੍ਹਾਂ ਦਾ ਹੁਣੇ ਤੁਸੀਂ ਮਾਹੀਆ ਸੁਣਿਆ। ਤੇ ਇਹ ਦੋ ਸੂਫੀ ਸਈਆਂ ਇੱਕ ਮਨਾਹਲ ਹੈ ਇੱਕ ਲਿਸ਼ਬਾ ਹੈ। ਇਹ ਸਾਨੂੰ ਰਲ ਕੇ ਅੱਜ ਮਾਹੀਏ ਸੁਣਾਉਣਗੀਆਂ। ਇਹਨਾਂ ਸਾਰਿਆਂ ਦਾ ਸਵਾਗਤ ਹੈ ਤੇ ਸਵਾਲ ਸ਼ੁਰੂ ਕਰਨੇ ਆ ਮਾਹੀਏ ਬਾਰੇ। ਬਾਬਾ ਜੀ ਦੱਸੋ ਕਿ ਇਹ ਮਾਹੀਆ ਅੱਖਰ ਇਹ ਲਫ਼ਜ਼ ਇਹ ਕੀ ਹੈ? ਕਈ ਤੇ ਕਹਿੰਦੇ ਨੇ ਮਾਹ ਫਾਰਸੀ ਤੋਂ ਕੱਢਿਆ ਹੈ ਤੇ ਕੀ ਇੰਜੀ ਹੈ? ਨਹੀਂ, ਅਸਲ ਦੇ ਵਿੱਚ ਸਰ ਜੀ ਜਿਹੜੀ ਬੋਲੀ ਲੋਕ ਸਿਨਫ ਤਾਂ ਹੁੰਦੀ ਉਹ ਹੈ ਨਾ ਕਿ ਜਿਹੜੀ ਬੋਲੀ ਦੀ ਸਿਨਫ ਹੈ ਉਹਦੀ ਬੋਲੀ ਦੇ ਵਿੱਚ ਹੀ ਉਹਨੂੰ ਵੇਖਿਆ ਜਾਣਾ ਚਾਹੀਦਾ। ਇਹ ਸਾਡੇ ਕੋਲ ਵੈਸੇ ਇਹਨੂੰ ਕੰਪਲੈਕਸ ਆਖੋ ਜਾਂ ਕੀ ਹੈ ਕਿ ਸਾਡੀ ਜਿਹੜੀ ਸ਼ਾਇਦ ਚੰਗੀ ਹੈ ਉਹ ਜਾਂ ਫਾਰਸੀਆਂ ਦਿੱਤੀ ਹੈ ਜਾਂ ਅੰਗਰੇਜ਼ੀਆਂ ਦਿੱਤੀ ਹੈ। ਵਾਰਿਸ ਸ਼ਾਹ ਦੀ ਇੱਕ ਲਾਈਨ ਹੈ ਕਿ ਮੇਰੀ ਜਾਨ ਬਾਬਲ ਜਿਵੇਂ ਢੋਲ ਰਾਂਝਾ ਮਾਈ ਮਈ ਦਾ ਢੂੰਡ ਲਿਆਈਆਂ ਮੈਂ। ਹਾਏ ਹੁਣ ਇਹ ਮਈ ਦਾ ਢੂੰਡ ਕੇ ਲਿਆਂਦਾ ਕੋ ਮਈ ਦਾ ਮਹਿਬੂਬ ਤਾਂ ਨਹੀਂ ਢੂੰਡ ਕੇ ਲਿਆਂਦਾ। ਬਿਲਕੁਲ ਸਹੀ। ਦੂਜਾ ਉਹਦਾ ਹੀ ਇੱਕ ਮਿਸਰਾ ਹੈ ਵਾਰਿਸ ਸ਼ਾਹ ਦਾ ਜਿਸ ਟਾਈਮ ਰਾਂਝਾ ਛੱਡ ਕੇ ਜਾਂਦਾ ਹੈ ਜਦੋਂ ਉਹਨਾਂ ਦੇ ਫੇਰ ਦਾ ਪਤਾ ਲੱਗਦਾ ਹੈ ਕਿ ਮੱਝੀ ਚਰਨ ਨਾ ਬਾਜ ਰੰਜੇਟੜੇ ਦੇ ਮਾਈ ਹੋਰ ਸਭੇ ਜੱਗ ਮਾਰ ਰਹੇ। ਬਿਲਕੁਲ। ਹੁਣ ਇੱਥੋਂ ਜਿਹੜਾ ਲਫ਼ਜ਼ ਮਾਈ ਹੈ ਉਹ ਸਾਡੇ ਕੋਲ ਵਾਰਿਸ ਸ਼ਾਹ ਦੇ ਦੌਰ ਤੱਕ ਤਾਂ ਰਿਟਨ ਫਾਰਮ 'ਚ ਸਾਡੇ ਕੋਲ ਹੈ ਦਲੀਲ। ਸੋ ਮਾਈ ਲਫ਼ਜ਼ ਮੈਂ ਚੋਂ ਨਿਕਲਿਆ ਤੇ ਮੈਂ ਤੂੰ ਮਾਈ ਮਈ ਚਰਾਵਣ ਵਾਲਾ ਜਿਵੇਂ ਮਾਹੀਵਾਲ ਜਿਹੜਾ ਮੱਝਾਂ ਚਰਾ ਰਿਹਾ ਸੀ। ਔਰ ਮੀਤਾ ਚਨਾਬੀ ਨੇ ਕਿੱਸਾ ਹੀਰੋ ਮਾਈ ਫਾਰਸੀ ਦੇ ਅੰਦਰ ਵਾਰਿਸ ਸ਼ਾਹ ਦੇ ਕਿਸੇ ਨੂੰ ਵੀ ਲਿਖਿਆ। ਸੋ ਇਹਦੇ ਤੋਂ ਬਿਲਕੁਲ ਨਹੀਂ ਨਿਕਲਿਆ ਜਿਹੜਾ ਅਸੀਂ ਕਹੀਏ ਕਿ ਫਾਰਸੀ ਚੋਂ ਨਿਕਲਿਆ। ਕੁਝ ਗੱਲਾਂ ਐਵੇਂ ਜ਼ਰੂਰ ਨੇ ਕਿ ਲੋਕ ਆਂਦੇ ਨੇ ਕਿ ਚੰਨ ਜਿਹੜਾ ਕੋਈ ਖੂਬਸੂਰਤੀ ਦੀ ਅਲਾਮਤ ਹੈ ਤੇ ਇਹ ਉਹ ਲੰਮੀ ਗੱਲ ਨਹੀਂ ਮੈਂ ਕਰਾਂਗਾ ਕਿ ਪਰਸ਼ੀਅਨ ਵੈਲ ਤੋਂ ਪਹਿਲੇ ਅਸੀਂ ਸਾਰੇ ਵੀ ਤਾਂ ਪੱਖੀ ਵਾਸ ਆਏ ਨਾ, ਟੱਪਰੀ ਵਾਸ ਆਏ। ਹੁਣ ਸਾਰੇ ਟੱਬਰ ਦੇ ਜਿਹੜੇ ਛੋਰ ਨੇ ਉਹ ਬਾਹਰ ਮਹੀਂ ਚਰਾਉਂਦੇ ਫਿਰਦੇ ਨੇ ਤੇ ਜੇ ਅਸੀਂ ਇਜ਼ਹਾਰ ਕਰਨਾ ਹੈ ਕੁੜੀ ਨੇ ਮੁਹੱਬਤ ਦਾ ਕਰੋ ਤੇ ਉਹ ਮੁੜਾ ਕਿ ਮਹੀਂ ਚਰਾਵਣ ਵਾਲੇ। ਸੋ ਲਫ਼ਜ਼ ਹੈ ਮਾਈ ਨਾਲ ਅਲਫ ਦਾ ਇਜ਼ਾਫਾ ਹੈ। ਇਹ ਪੰਜਾਬੀ ਚ ਹਰਫ ਨਦਾਈਆ ਹੈ ਕਿ ਜਿਵੇਂ ਅਸੀਂ ਆਨੇ ਕਿ ਲਿਆਕਤ ਤੋਂ ਲਿਆਕਿਆ। ਸੋ ਇਹ ਮੇਰੇ ਮਾਈ ਮਾਈਆ ਇਹ ਮੇਰੇ ਮਾਈ ਉਹ ਅਲਫ ਦਾ ਇਜ਼ਾਫਾ ਹੈ। ਮਈ ਆਈਆਂ ਮਹੀਵਾਲ ਨਾ ਆਇਆ। ਮਾਹੀਵਾਲ ਨਾ ਆਇਆ। ਸੋ ਇਹ ਪਤਾ ਲੱਗਦਾ ਹੈ ਕਿ ਇਹ ਮਾਹੀ ਤੋਂ ਜਿਹੜਾ ਛੇੜੂ ਹੈ ਮੱਝਾਂ ਦਾ ਉਸ ਨੂੰ ਅਸੀਂ ਕਹਾਂਗੇ ਕਿ ਉਹ ਮਾਈ ਹੈ ਤੇ ਉਹਦੇ ਨਾਲ ਰਮਜ਼ ਜਿਹੜੀ ਉਹ ਰਾਂਝੇ ਦੀ ਔਰ ਮਹੀਵਾਲ ਦੀ ਵੀ ਹੈ ਔਰ ਆਸ਼ਕਾਂ ਸਾਦਕਾਂ ਦੀ ਵੀ ਹੈ, ਮੁਹੱਬਤ ਦੇ ਨਾਲ ਵੀ ਜੁੜ ਗਈ। ਤੇ ਮੇਰਾ ਖਿਆਲ ਹੈ ਕੁਝ ਮਾਈਏ ਸੁਣੀਏ ਪਹਿਲੇ। ਕੋਈ ਪਾਣੀ ਥਲ ਮਾਇਆ ਮੁੱਦਤਾਂ ਗੁਜ਼ਰ ਗਈਆਂ ਹੁਣ ਵਤਨਾਂ ਤੇ ਵੱਲ ਮਾਇਆ ਮੁੱਦਤਾਂ ਗੁਜ਼ਰ ਗਈਆਂ ਹੁਣ ਵਤਨਾਂ ਤੇ ਵੱਲ ਮਾਇਆ
कोई सब्जी ले ताजी, कोई सब्जी ले ताजी, जिन्ना पीछे रुल गया ओ बोल के नहीं राजी, जिन्ना पीछे रुल गया ओ बोल के नहीं राजी। कोई पानी थल माया मुद्दता गुजर गया हुन वतना ते वल माया, मुद्दता गुजर गया हुन वतना ते वल माया। ओ कोई चोला दर्जी दा, कोई चोला दर्जी दा, दुनिया ते इक तू से बंदा मेरी मर्जी दा, दुनिया ते इक तू से बंदा मेरी मर्जी दा। कोई बाजरा गढ़ माया, कोई बाजरा गढ़ माया, उंज पावे लड़े यारो साडा शहर ना छड़ माया, उंज पावे लड़े यारो साडा शहर ना छड़ माया। कुर्बानी दी ईद होवे, कुर्बानी दी ईद होवे, जिंद नावें ला देवा जे ढोल नसीब होवे, जिंद नावें ला देवा जे ढोल नसीब होवे। एक जोड़ा पखियां दा, एक जोड़ा पखियां दा, एक ढोला आप सोना दूजा जालिम अखियां दा, एक ढोला आप सोना दूजा जालिम अखियां दा। गड्डियां दा धूम आया, गड्डियां दा धूम आया, उत्ते सोना रब वसदा तले वसने तू माया, उत्ते सोना रब वसदा तले वसने तू माया। कोई लाल गुलाब होवे इश्क रुला देंदा, भावे किड्डा भी नवाब होवे इश्क रुला देंदा, भावे किड्डा भी नवाब होवे। बिन जाग न दई होंदे, बिन जाग न दई होंदे, जे ओ जे दिसने आ असी ओ जे नहीं होंदे, जे हो जे दिसने आ असी ओ जे नहीं होंदे। हथ मुंदरी पा छोड़ी, हथ मुंदरी भी पा छोड़ी, इको साडी जिंद माया ओ भी तेरे नावे ला छोड़ी, इको साडी जिंद माया ओ भी तेरे नावे ला छोड़ी। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਲੋ ਜੀ ਫਿਰ ਗੱਲ ਅੱਗੇ ਤੋਰਨੇ ਆ। ਜ਼ਹੀਰ ਵੱਡੂ ਸਾਹਿਬ, ਇਹ ਮਾਹੀਏ ਦੀ ਫਾਰਮ ਅਸਲ 'ਚ ਕੀ ਹੈ? ਇਹ ਇੱਕ ਆਮ ਤੌਰ ਤੇ ਲੋਕੀ ਕਹਿੰਦੇ ਨੇ ਕੋਈ ਟੱਪੇ ਮਾਹੀਏ ਗਾ ਰਿਹਾ ਕੋਈ, ਜਾਂ ਉੱਥੋਂ ਸੁਣਨੇ ਆ ਜਾਂ ਸੁਣੇ ਨੇ। ਹੁਣ ਇੱਕ ਟੱਪਾ ਬੋਲਿਆ ਗੱਡੀਆਂ ਦਾ ਧੂਮ ਆਈਆ, ਇੱਕ ਸੋਹਣਾ ਤੂੰ ਲੱਗਣਾ, ਦੂਜਾ ਫਿਰ ਵੀ ਤੂੰ ਆਈਆ। ਤੇ ਕੀ ਆਖਰ ਤੇ ਇਸ ਫਾਰਮ ਦੇ ਆਖਰ ਤੇ ਮਾਹੀਆ ਲਫ਼ਜ਼ ਆਵੇ ਆਉਣਾ ਜ਼ਰੂਰੀ ਹੈ, ਜਾਂ ਜਿਵੇਂ ਦੂਸਰੇ ਸੁਣਾਏ ਨੇ ਕੋਈ ਫਰਕ ਹੈ ਇਹਦੇ ਵਿੱਚ ਟੱਪੇ ਔਰ ਮਾਹੀਏ 'ਚ? ਜੀ ਇਹ ਦੋ ਸਵਾਲ ਨੇ। ਪਹਿਲਾ ਇਹ ਕਿ ਜਿਹੜੀ ਮਾਹੀਏ ਦੀ ਫਾਰਮ ਹੈ ਉਹ ਹੈ ਕਿ ਇਹਦੀ ਬਣਤਰ ਕੀ ਬਣੇ ਦੀ, ਤੇ ਦੂਜਾ ਕਿ ਨਾਲ ਇਹਦੇ ਵਿੱਚ ਲਫ਼ਜ਼ ਮਾਹੀਏ ਦਾ ਹੋਣਾ ਜ਼ਰੂਰੀ ਹੈ ਜਾਂ ਨਹੀਂ।
ਨਾ ਭਰ ਕੇ ਤੱਕਿਆ ਕਰ, ਹੂੰ ਬੰਦਾ ਕੋਈ ਮਰ ਵੈਸੀਆ, ਅੱਖਾਂ ਕੱਜ ਤੇ ਰੱਖਿਆ ਕਰ। ਵਾਹ ਵਾਹ। ਉਹਨਾਂ ਦੇ ਵਿੱਚ ਲਫ਼ਜ਼ ਮਾਇਆ ਨਹੀਂ ਹੈਗਾ। ਹਾਂ ਹੁਣ ਮਾਇਆ ਲਫ਼ਜ਼ ਹੋਣਾ ਜ਼ਰੂਰੀ ਨਹੀਂ ਹੈਗਾ, ਬਲਕਿ ਉਹ ਫਾਰਮ ਜਿਹੜੀ ਉਹਦੀ ਬਣਤਰ ਹੈ ਉਹ ਕਿਵੇਂ ਦੀ ਹੈ। ਇਹ ਸਭ ਮੈਂ ਜਿਵੇਂ ਮਾਇਆ ਪੜ੍ਹਿਆ, ਇਹ ਡੇਢ ਮਿਸਰਾ ਜਿਹਨੂੰ ਅਸੀਂ ਆਣੇ ਤੇ ਦੂਜੇ ਮਿਸਰੇ ਦੇ ਵਿਚਕਾਰ ਵਿਸਰਾਮ ਵਕਫਾ ਹੈ ਜਿੱਥੇ ਮਾਤਰਾ ਅਧੀਆਂ ਆਉਂਦੀਆਂ ਨੇ। ਅੱਛਾ, ਜੇ ਇਹਨੂੰ ਅਸੀਂ 3 ਮਿਸਰਿਆਂ ਦਾ ਪੜ੍ਹਨੇ ਆ ਤੇ ਫਿਰ ਦੂਜੇ ਮਿਸਰੇ ਨੂੰ ਦੇ ਵਿਚਕਾਰ ਜਿੱਥੇ ਵਕਫਾ ਹੈ ਉਹਨੂੰ ਅਸੀਂ ਥੱਲੇ ਲੈ ਆਣੇ। ਅੱਛਾ, ਦੂਸਰਾ ਗੱਲ ਕਿ ਟੱਪਾ ਔਰ ਮਾਇਆ ਇਹ ਇੱਕ ਨਹੀਂ 2 ਵੱਖਰੀਆਂ ਸਿਨਫਾਂ ਨੇ। ਟੱਪਾ ਅਸੀਂ ਉਹਨੂੰ ਆਣੇ ਜਿੰਦੇ 'ਚ 2 ਮਿਸਰੇ ਪੂਰੇ ਹੋਵਣ। ਅੱਛਾ, ਮਾਇਆ ਜਾਂ 3 ਮਿਸਰਾ ਜਾਂ 1.5 ਮਿਸਰਾ। ਮੈਂ ਤਾਂ ਪਾਣੀ ਬਰੇਨੀ ਆ ਪਤਨੋ, ਸੁੰਜੇ ਨੈਣ ਨਾ ਰਹਿੰਦੇ ਤਕਨੋ, ਇਹ ਟੱਪਾ। ਅੱਛਾ, ਗਾਵਨਾਂ ਦੇ ਵਿੱਚ ਟੱਪੇ ਨੇ ਤੇ ਇਹ ਮਾਇਆ ਜਿਹੜਾ ਇਹ ਉਹ ਫਿਰ ਫੋਕ ਸਿੰਗਰ ਜਿਹੜਾ ਉਹ ਬਾਅਦ ਕਾ ਦੋੜਾ ਪਹਿਲੇ ਆਖ ਦਿੰਦਾ, ਬਾਅਦ ਚ ਗਾਵਨ ਗਾਉਂਦਾ, ਵਿੱਚ ਮਾਈਏ ਨੇ ਜਿਹੜੇ ਉਹਨਾਂ ਦੀ ਜੁੜਤ ਕਰਦਾ ਜਾਂਦਾ, ਕਿਧਰੇ ਟੱਪਾ ਬੋਲ ਦਿੰਦਾ, ਉਹ ਇਸ ਤਰ੍ਹਾਂ। ਸੋ ਜੀ ਇਹਦਾ ਮਤਲਬ ਜਿਵੇਂ ਮਾਈਏ ਗਾਏ ਜਾਂਦੇ ਨੇ, ਟੱਪੇ ਤੇ ਫਿਰ ਉਸ ਤਰ੍ਹਾਂ ਅਲੱਗ ਫਾਰਮ ਦੇ ਤੌਰ ਤੇ, ਕਿਉਂਕਿ ਬਹੁਤ ਛੋਟੀ ਫਾਰਮ ਹੈ ਜਿਵੇਂ ਬੋਲੀ ਹੈ, ਹਾਂਜੀ ਇਹ ਤਾਂ ਬਹੁਤ ਛੋਟੀ ਫਾਰਮ ਬਣ ਜਾਏਗੀ ਇਸ ਤਰ੍ਹਾਂ। ਤੇ ਉਹ ਕਿਸੇ ਪਾਸੇ ਅਸੀਂ ਇਹ ਨਹੀਂ ਕਹਿ ਸਕਦਾ ਫਲਾਨੀ ਥਾਂ ਬੰਦਾ ਟੱਪੇ ਗਾ ਰਿਹਾ ਸੀ। ਟੱਪਾ ਕਿਤੇ ਗਾਉਣ ਦੇ ਕਿਤੇ ਪਹਿਲੇ ਲੱਗਦਾ ਹੈ, ਮੈਨੂੰ ਇੰਜ ਲੱਗਦਾ ਜੀ। ਗਾਵਨ ਦੇ ਸ਼ੁਰੂ ਚ ਹੁੰਦਾ, ਬਾਜ਼ ਜਿਹੜੇ ਗਾਇਕ ਪੁਰਾਣੇ ਸਨ ਨਾ ਸਾਡੇ ਫੋਕ ਸਿੰਗਰ, ਉਹਨਾਂ ਨੇ ਵਿਚਕਾਰ ਵੀ ਗਾਏ ਹੋਏ ਨੇ। ਮਸਲਾ ਸਾਡੇ ਕੋਲ ਹੋਇਆ ਕਿ ਜਦੋਂ ਅਸੀਂ ਉਹ ਲੋਕ ਰੀਤ ਨੂੰ ਅਸੀਂ ਲਿਆਂਦਾ ਹੈ ਕਿ ਇਲੈਕਟ੍ਰੋਨਿਕ ਮੀਡੀਆ ਦੇ ਅੰਦਰ, ਤੇ ਬੜੇ ਸਾਰੇ ਜਿਹੜੇ ਪੁਰਾਣੇ ਗਾਇਕ ਸਨ ਉਹ ਤਾਂ ਸਾਰੇ ਰਹਿ ਗਏ। ਫਿਰ ਇਹਨੂੰ ਨਵੀਂ ਫਾਰਮ ਆਉਂਦੀ ਗਈ ਹੈ। ਫਿਰ ਸਾਡੇ ਸ਼ਾਇਰਾਂ ਦੇ ਕੋਲ ਜਿਹੜਾ ਇਹ ਮਸਲਾ ਹੋਇਆ ਹੈ ਕਿ ਉਹਨਾਂ ਵੀ ਉਹਨੂੰ ਮਾਈਏ ਟੱਪੇ ਲਿਖਣਾ ਸ਼ੁਰੂ ਕਰ ਦਿੱਤਾ। ਅਜੋਕੇ ਸ਼ਾਇਰ ਇੰਜ ਹੀ ਕਰਦੇ ਨੇ, ਅਜੋਕੇ ਸ਼ਾਇਰ ਐਵੇਂ ਕਰਦੇ ਪਏ ਨੇ। ਮੁੜ ਜਿਹੜਾ ਮਾਝੇ ਦੇ ਵਿੱਚ ਆ ਕੇ ਨਾ ਸਪੈਸ਼ਲ ਜਿਹੜਾ ਘਰਾਂ ਦੇ ਵਿੱਚ ਵਿਆਹਾਂ ਦੇ ਉੱਤੇ ਢੋਲਕੀ ਦੇ ਉੱਤੇ ਗਾਏ ਜਾਂਦੇ ਸਨ, ਉੱਥੇ ਕਿ ਆਓ ਮਾਈਏ ਟੱਪੇ ਗਾਈਏ। ਹੁਣ ਅਗਰ ਉਹਨਾਂ ਨੂੰ ਤੁਸੀਂ ਹੁਣ ਦੀ ਅਗਾਂ ਫਿਰ ਵੇਖੋ ਤੇ ਉੱਥੇ ਬਾਜ਼ਕਾਤ ਇੰਡੀਅਨ ਗਾਣੇ ਗਾਏ ਜਾ ਰਹੇ ਹੁੰਦੇ ਨੇ, ਲੇਕਿਨ ਹੁੰਦਾ ਐਵੇਂ ਹੀ ਹੈ ਕਿ ਆਜੋ ਢੋਲਕੀ ਤੇ ਮਾਈਏ ਟੱਪੇ ਗਾਈਏ। ਹਾਲਾਂਕਿ ਮਾਈਏ ਟੱਪਾ ਇਕੱਠਾ ਗਾਇਆ ਨਹੀਂ ਜਾ ਸਕਦਾ। ਹਾਂ ਨਹੀਂ, ਉਹ 2 ਵੱਖਰੀਆਂ ਸਿਨਫਾਂ ਨੇ। ਹਾਂਜੀ, ਤੇ ਕੁਝ ਮਾਈਏ ਹੋਰ ਸੁਣੀਏ। ਹਾਂ ਇਹ ਆਓ ਜੀ, ਅਲੀ ਬਖਸ਼ ਤੇ ਆਪ ਚੰਗ ਦੇ ਇਲਾਕੇ ਦੇ ਨੇ, ਸਭ ਬਾਬਾ ਸੁਲਤਾਨ ਬਾਹੂ ਦੀ ਜੂਹ ਦੇ ਜੀ ਨੇ। ਹਾਂਜੀ, ਤੇ ਔਰ ਸੂਫੀ ਰੰਗ ਔਰ ਫੋਕ ਰੰਗ ਬੜਾ ਸੋਹਣਾ ਗਾਉਂਦੇ ਨੇ ਜੀ ਅਲੀ ਬਖਸ਼। ਗੱਲ ਗੱਲਾਂ ਵਿੱਚੋਂ ਚੁਣਿਆ ਕਰ, ਗੱਲ ਗੱਲਾਂ ਵਿੱਚੋਂ ਚੁਣਿਆ ਕਰ, ਵੱਧ ਵੱਧ ਬੋਲਣਾ ਏ, ਕਦੀ ਚੁੱਪ ਨੂੰ ਵੀ ਸੁਣਿਆ ਕਰ, ਵੱਧ ਵੱਧ ਬੋਲਣਾ ਏ, ਕਦੀ ਚੁੱਪ ਨੂੰ ਵੀ ਸੁਣਿਆ ਕਰ। 2 ਕਾਰਾਂ ਬਾਜ਼ਾਰਾਂ ਆਈਆਂ, ਝਿੜਕਣਾ ਦੇ ਸੋਹਣਿਆ, ਅੱਖਾਂ ਕਰਨ ਦੀਦਾਰ ਆਈਆਂ, ਝਿੜਕਣਾ ਦੇ ਸੋਹਣਿਆ, ਅੱਖਾਂ ਕਰਨ ਦੀਦਾਰ ਆਈਆਂ। ਅਲੀ ਬਖਸ਼। ਵੰਜਲੀ ਦੇ ਸੁਰ ਛਿੜਦੇ, ਵੰਜਲੀ ਦੇ ਸੁਰ ਛਿੜਦੇ, ਇੱਕ ਤੇਰੇ ਹੱਸਿਆਂ ਚੰਨਾ ਬੇਮੌਸਮੇ ਫੁੱਲ ਖਿੜਦੇ, ਇੱਕ ਤੇਰੇ ਹੱਸਿਆਂ ਚੰਨਾ ਬੇਮੌਸਮੇ ਫੁੱਲ ਖਿੜਦੇ। ਕਿਆ ਕਹਿਨੇ ਵਟੂ ਸਾਹਿਬ, ਟੱਪਿਆਂ ਰਾਹੀਂ ਜਿਸ ਤਰ੍ਹਾਂ ਦੇ ਮੁੱਦੇ, ਮਾਮਲੇ, ਮੌਜ਼ੂਆਤ, ਜਜ਼ਬੇ, ਅਹਿਸਾਸ ਸਾਂਝੇ ਹੋਏ ਨੇ ਹੁਣ ਤੱਕ, ਜੋ ਉਹਦਾ ਕੰਟੈਂਟ ਬਣਿਆ, ਇਹ ਅਗਰ ਇਹਦੇ ਬਾਰੇ ਕੁਝ ਦੱਸੋ ਕੰਟੈਂਟ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਟੱਪਾ ਦੀ ਕਿਸ ਤਰ੍ਹਾਂ ਦੀ ਖਿੱਚ ਬਣੀ ਹੋਈ ਹੈ ਸੁਸਾਇਟੀ ਦੀ, ਜੋ ਸੇਬ ਦੇ ਵਿੱਚ, ਲੋਕਾਂ ਦੇ ਵਿੱਚ ਟੱਪੇ ਦੇ ਰਾਹੀਂ। ਜੀ ਅਸਲ ਦੇ ਵਿੱਚ ਨਾ ਮਾਈਆ ਤੇ ਇੱਕ ਇਜ਼ਹਾਰ ਹੈ ਨਾ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਪਿੱਛੇ ਜਿੱਡੀ ਵੱਡੀ ਸਿਵਲਾਈਜੇਸ਼ਨ ਹੁੰਦੀ ਹੈ ਨਾ, ਉਹ ਇੱਕ ਵੱਡੀ ਤਾਰੀਖ ਹੈ ਜਿਹਨੂੰ ਅਸੀਂ ਬਾਅਦ ਕਦ ਬੋਲੀ ਨੂੰ ਡੱਕਾ ਲਾ ਤੇ ਨਾ ਉਸ ਵਿਜ਼ਡਮ ਨੂੰ ਡੱਕਾ ਲਾ ਦਿੰਦੇ ਹਾਂ। ਮਸਲਨ ਇੱਕ ਮਾਈਆ ਹੈ ਕਿ ਕਾਲੀਆਂ ਗਾਈ ਮਾਈਆ, ਕਾਲੀਆਂ ਗਾਈ ਮਾਈਆ,
ਜਿਨਾਂਦੇ ਦੇ ਚੰਗੇ ਹੋਵਨ ਹੁੰਦਾ ਰੱਬ ਵੀ ਉਦਾਂ ਹੀ ਮਾਈ ਆ। ਹਾਏ ਹਾਏ ਹਾਏ। ਹੁਣ ਚਾਂਸ ਔਰ ਜਿਹੜੀ ਤਕਦੀਰ ਦੇ ਫਲਸਫਾ ਹੈ ਤੁਸੀਂ ਬਿਲਕੁਲ ਮਾਈਏ ਦੇ ਵਿੱਚ ਵੇਖੋ, ਲੇਕਿਨ ਉਹ ਮਸਲਾ ਇਹ ਨਾ ਕਿ ਜਿਹੜੇ ਜਿਨ੍ਹਾਂ ਦੇ ਹੱਥ ਕਲਮ ਆ ਗਿਆ, ਜਿਹੜੇ ਉੱਤੇ ਆ ਗਏ, ਉਹ ਬਾਅਦ ਚ ਉਹਨੂੰ ਤੁਸੀਂ ਪਲੇਟੋ ਤੂੰ ਕਹੋ, ਯੂਨਾਨ ਦੇ ਫਲਸਫੇ ਕਹੋ, ਲੇਕਿਨ ਇਨਸਾਨੀ ਵਿਜ਼ਡਮ ਜਿਹੜੀ ਹੈ ਨਾ ਉਹ ਸੀਨਾ ਦਰ ਸੀਨਾ ਚਲਦੀ ਪਈ ਹੁੰਦੀ ਹੈ ਨਾਲ। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ PhDਆਂ ਕਰਕੇ ਹੀ ਇਹ ਵਿਜ਼ਡਮ ਦਾ ਰਾਹ ਲੱਭੀਏ। ਇਹ ਵਿਜ਼ਡਮ ਕਿਉਂਕਿ ਮੈਂ ਸਮਝਣਾ ਕਿ ਜਿਹੜਾ ਲੋਕ ਅਦਬ ਹੁੰਦਾ ਹੈ ਨਾ, ਉਹਦੀਆਂ ਜਿੰਨੀਆਂ ਵੀ ਅੰਗ ਨੇ, ਉਹ ਲੋਕ ਨਾਚ ਹੋਵੇ, ਲੋਕ ਅਦਬ ਹੋਵੇ, ਉਹ ਸਾਰੀਆਂ ਸ਼ੈਵਾਂ ਨਾ ਉਹਦੇ 'ਚ ਦਿਲ 'ਚ ਸ਼ੈਵਾਂ ਫੁੱਟਦੀਆਂ ਪਈਆਂ ਹੁੰਦੀਆਂ ਨੇ। ਜਿਵੇਂ ਤੁਸੀਂ ਵੇਖੋ ਕਿ ਕਿਸੇ ਪੁੱਤਰ ਦੇ ਨਾਲ ਕੋਈ ਪਿਓ ਜੰਜ ਨਾਲ ਨੱਚਦਾ ਪਿਆ, ਮਾਂ ਨੱਚਦੀ ਪਈ ਹੈ, ਕੱਪੜੇ ਭਾਵੇਂ ਉਹਦੇ ਪੁਰਾਣੇ ਹੁਸਨ ਕਿ ਜਾਂ ਵੀ ਸੀ, ਉਹਦੇ ਮੂੰਹ ਤੇ ਕਦੇ ਹਾਸੇ ਨੂੰ ਵੇਖਿਆ ਤੇ ਦੂਜੇ ਮੈਨੇ ਸਟੇਜ ਦੇ ਉੱਤੇ ਪ੍ਰੋਫੈਸ਼ਨਲ ਕਿਸੇ ਨੂੰ ਡਾਂਸ ਕਰਦੇ ਨੂੰ ਵੇਖਿਆ ਜਿੰਦੇ ਕੋਲ ਹਜ਼ਾਰਾਂ ਰੁਪਈਆਂ ਦੇ ਕੱਪੜੇ ਔਰ ਕਾਸਮੈਟਿਕ ਯੂਜ਼ ਹੋਇਆ ਹੋਵੇ ਦਾ, ਉਹਦੇ ਮੁੱਖ ਦਾ ਹਾਸਾ ਵੇਖਿਆ, ਤੁਹਾਨੂੰ ਫਰਕ ਲੱਗੇਗਾ। ਤੇ ਫਰਕ ਇੱਕੋ ਹੀ ਹੈ ਕਿ ਜਿਹਨੂੰ ਦਿਲ ਨਚਾਉਂਦਾ ਹੈ ਉਹਦੇ ਮੂੰਹ ਤੇ ਹੋਰ ਹਾਸਾ ਹੁੰਦਾ ਹੈ, ਤੇ ਜਿਹਨੂੰ ਢਿੱਡ ਨਚਾਉਂਦਾ ਉਹਦੇ ਪਿੱਛੇ ਹੋਰ ਹਾਸਾ ਹੁੰਦਾ ਹੈ। ਅਸੀਂ ਢਿੱਡ ਦੇ ਆਖੇ ਨੱਚਦੇ ਪਏ ਹਾਂ। ਸਰ ਜੀ ਇਹ ਜਿਹੜੀ ਵਿਜ਼ਡਮ ਹੈ ਨਾ, ਇਹ ਵਿਜ਼ਡਮ ਸਾਨੂੰ ਓਰਲ ਟ੍ਰੈਡੀਸ਼ਨ ਚ ਲੱਭੇਗੀ। ਉਹ ਫੋਕ ਲੋਰ ਦਾ ਰੰਗ ਹੋਵੇ, ਉਹ ਫੋਕ Song ਦਾ ਹੋਵੇ, ਉਹਦੇ ਵਿੱਚ ਤੁਸੀਂ ਮਾਈ ਆਖੋ, ਉਹਦੇ ਚ ਡੋਲਾ ਆਖੋ, ਤਾਂ ਲੰਮੀਆਂ ਤਾਰੀਖਾਂ ਨੇ, ਇਨਵੇਡਰਸ ਦੇ ਹਮਲੇ ਨੇ, ਉਹ ਸਾਰੀਆਂ ਸ਼ਾਵਾਂ ਨਿਗੇ ਆਉਣ ਦੀਆਂ। ਪਰ ਉਹ ਰੌਲਾ ਤਾਂ ਇਹ ਹੈ ਨਾ ਕਿ ਸਾਡੀਆਂ ਅੱਖਾਂ ਉੱਤੇ ਐਨਕ ਜਿਹੜੀ ਹੈ ਨਾ ਉਹ ਪਰਾਈ ਲੱਗ ਗਈ ਹੈ, ਉਹ ਲੋਭ ਦੀ ਐਨਕ ਹੈ, ਤੇ ਅਸੀਂ ਆਦੀਆਂ ਸ਼ਾਵਾਂ ਨੂੰ ਫਰੋਲਦੇ ਹੀ ਨਹੀਂ ਹੈਗੇ। ਕੀ ਬਾਤ ਹੈ ਬੱਟੂ ਸਾਹਿਬ, ਉਹ ਕਹਿੰਦੇ ਨੇ ਐਵੇਂ ਹਾਂ ਨੂੰ ਲੱਗੀ ਹੈ ਗੱਲ। ਬਹੁਤ ਖੂਬਸੂਰਤ ਗੱਲ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਪਿਆਰ ਤੇ ਵਪਾਰ ਦੇ ਹਾਸੇ 'ਚ ਕਿੰਨਾ ਫਰਕ ਹੈ, ਇਹ ਅਸੀਂ ਜਿਸ ਫੀਲਿੰਗ ਦੇ ਨਾਲ, ਜਿਸ ਅਹਿਸਾਸ ਦੇ ਨਾਲ ਆਪਣੇ ਲੋਕ ਗੀਤਾਂ ਦੇ ਨਾਲ ਜੁੜਾਂਗੇ ਤੇ ਸਾਡੇ ਅੰਦਰ ਉਹ ਰਸ ਆਏਗਾ। ਔਰ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਲੋਕ ਰੰਗ ਜਿਹੜੇ ਨੇ ਉਹ ਉਹਦੇ ਵਿੱਚ ਅਜੋਕੇ ਸ਼ਾਇਰ ਲਿਖਣ ਔਰ ਅਜੋਕੇ ਗਾਇਕ ਗਾਵਣ। ਬਦਲੋ ਚੈਨਲ ਦਾ ਇਹ ਪ੍ਰੋਗਰਾਮ ਪੰਜਾਬੀ ਸੰਗਤ, ਇਸ ਨੂੰ ਤੁਸੀਂ ਸਬਸਕ੍ਰਾਈਬ ਕਰਨਾ, ਨਾਲ ਉਹ ਬੈਲ ਦਾ ਬਟਨ ਉਹ ਵੀ ਦਬਾ ਦੇਣਾ ਤੇ ਉਡੀਕ ਕਰੋ ਅਗਲੇ ਸੋਹਣੇ ਪ੍ਰੋਗਰਾਮ ਦੀ। ਅੱਲਾ ਬਿੱਲੀ। ये हैं बदलो की नशरियात।